ਬੰਦ ਹੋ ਗਈ। ਹਲਕਾ ਪੂਰਬੀ ਦੇ ਵਿਧਾਇਕ ਅੱਜ ਆਪਣੇ ਹਲਕੇ ਦੇ ਵਿੱਚ ਪਹੁੰਚਿਆ। ਜੀਆਰਡੀ ਨਗਰ ਦੀਆਂ ਤਸਵੀਰਾਂ ਦਿਖਾ ਦਵਾਂ। ਇੱਕ ਰੋਡ ਬਣਨ ਜਾ ਰਿਹਾ ਵਾ 32 ਸੈਕਟਰ ਤੋਂ ਲੈ ਕੇ ਜੀਆਰਡੀ ਕਲੋਨੀ ਨੂੰ ਜਿਹੜੀ ਸਿੱਧੀ ਸੜਕ ਜਾਂਦੀ ਆ ਉਸ ਰੋਡ ਦੇ ਉੱਤੇ, ਪਰ ਕਿਤੇ ਨਾ ਕਿਤੇ ਜਿੱਥੇ ਹਲਕਾ ਪੂਰਬੀ ਦੇ ਵਿਧਾਇਕ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਆ, ਪਰ ਕੁਝ ਵਿਰੋਧ ਦੇ ਵਿੱਚ ਵੀ ਆ ਗਏ ਨੇ। ਵਿਰੋਧ ਇਹ ਜਤਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜੇ ਸੜਕ ਸੀਗੀ ਉਹਦੇ ਮਾਪਦੰਡ ਸੀਗੇ, ਪੈਮਾਨੇ ਸੀਗੇ, ਉਹ ਖਰੇ ਨਹੀਂ ਸੀਗੇ। ਬਾਕੀ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰਦੇ ਆ। ਵਿਧਾਇਕ ਸਾਹਿਬ, ਲਗਾਤਾਰ ਹਲਕਾ ਪੂਰਬੀ 'ਚ ਡਿਵੈਲਪਮੈਂਟ ਦੇ ਕੰਮ ਜਾਰੀ ਹੈਗੇ ਆ, ਪਰ ਅੱਜ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੜਕ ਦਾ। ਤੁਸੀਂ ਕਹਿ ਰਹੇ ਹੋ ਵੀ ਸੜਕ ਵਧੀ ਵਾਲੀ, ਪਰ ਜਦੋਂ ਜਿਹੜੇ ਪੁਆਇੰਟਸ ਨੋਟ ਕੀਤਾ ਕਿ ਕਾਰਨਰ ਦੇ ਉੱਤੇ ਇੱਟਾਂ ਨਹੀਂ ਲਗਾਈਆਂ, ਟਾਇਲਾਂ ਨਹੀਂ ਲਗਾਈਆਂ ਹੋਈਆਂ ਔਰ ਮਿੱਟੀ ਦੇ ਉੱਤੇ ਸੜਕ ਬਣਾਈ ਆ, ਕੀ ਕਹਿਣਾ ਚਾਹੁੰਦੇ? ਬਿਲਕੁਲ ਬਿਲਕੁਲ, ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਚਾਹੇ ਯਾਰ ਮਤਲਬ ਕਿ ਅਫਸਰ ਆ, ਚਾਹੇ ਕੋਈ ਸਾਡਾ ਮੰਤਰੀ ਆ, ਚਾਹੇ ਸੰਤਰੀ ਆ, ਚਾਹੇ ਕੋਈ ਵਿਧਾਇਕ ਆ, ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਕਿਉਂਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਲੋਕਾਂ ਵਾਸਤੇ ਲੱਗਣੇ ਆ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਬਣ ਕੇ ਬਿਲਕੁਲ ਜਾਇਆ ਨਹੀਂ ਜਾਣ ਦਿੱਤੀ। ਉਹਨੂੰ ਕਹਿਤਾ ਠੇਕੇਦਾਰ ਨੂੰ ਹੁਣੇ ਕਹਿ ਦਿੱਤਾ ਗਿਆ ਵੀ ਇਹਨੂੰ ਚੱਕ ਕੇ ਪੱਟ ਕੇ ਦੁਬਾਰਾ ਇਹਨੂੰ ਬਣਾਈ ਜਾਊਗੀ, ਜਿਹੜੀਆਂ ਟਾਇਲਾਂ ਲੱਗਣੀਆਂ ਉਹ ਵੀ ਲਾਈ ਜਾਣਗੀਆਂ। ਬਿਲਕੁਲ ਸੀਗਾ ਮਾਮਲਾ ਕਿ ਤੁਹਾਨੂੰ ਗਮਰਾਹ ਕੀਤਾ ਜਾ ਰਿਹਾ ਸੀਗਾ ਜਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ? ਬਿਲਕੁਲ ਬਿਲਕੁਲ, ਮੈਂ ਪਹਿਲਾਂ ਹੀ ਹਦਾਇਤ ਕੀਤੀ ਹੋਈ ਆ ਹਰ ਥਾਂ ਤੇ, ਮਤਲਬ ਕਿ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਵੀ ਪਹਿਲਾਂ 2 ਦਿਨ ਘੱਟੋ ਘੱਟ 3 ਦਿਨ ਸਾਰੀ ਸਫਾਈ ਕਰਾ ਕੇ ਮਿੱਟੀ ਚੱਕ ਕੇ ਉਸ ਤੋਂ ਬਾਅਦ ਸ਼ੁਰੂਆਤ ਕਰੋ। ਆ ਜਿਹੜੀ ਮਤਲਬ ਕਿ ਮੇਰੀ ਦਿੱਕਤ ਆਈ ਆ, ਇਹ ਉਸੇ ਟਾਈਮ ਆਰਡਰ ਕਰ ਦਿੱਤਾ ਗਿਆ। ਐਡੀ ਕਾਲੀ ਜਲਦਬਾਜ਼ੀ ਕੀ ਸਰ ਲੋੜ ਪੈ ਗਈ ਐਡੀ ਜਲਦੀ ਬਣਾਉਣ ਦੀ? ਬਿਲਕੁਲ ਬਿਲਕੁਲ, ਜਿਹਦੇ ਕਾਰਵਾਈ ਵੀ ਹੋਊਗੀ, ਜਿਹੜਾ ਨੇ ਕਿ ਖਰਾਬ ਕਰੂਗਾ, ਔਰ ਜਿਹੜੇ ਲੋਕਾਂ ਦੇ ਟੈਕਸਾਂ ਦੇ ਪੈਸੇ ਨੇ ਬਿਲਕੁਲ ਜਾਇਆ ਨਹੀਂ ਜਾਣਦੇ। ਸਰ ਇਮੇਜ ਤੇ ਤੁਹਾਡੀ ਤੇ ਤੱਬਾ ਲੱਗਣਾ, ਤੁਹਾਡੀ ਸਰਕਾਰ ਤੇ ਐਲੀਗੇਸ਼ਨ ਲੱਗਣੇ ਆ, ਸਪੋਰਟ ਦੇ ਲੋਕ ਵਿਰੋਧ ਕਰ ਰਹੇ ਆ, ਤੁਸੀਂ ਸੜਕ ਬਣਾ ਕੇ ਚਲੇ ਜਾਓਗੇ, 2 ਦਿਨਾਂ ਬਾਅਦ ਮੀਂਹ ਪੈ ਗਿਆ, ਟੁੱਟ ਗਈ, ਭੱਜ ਗਈ, ਮੁੜ ਕੇ ਰਿਪੇਅਰ ਦੇ ਪੈਸੇ ਲੱਗਣੇ ਆ। ਬਿਲਕੁਲ, ਕੋਈ ਜਿੰਨਾ ਚਿਰ ਮਤਲਬ ਕਿ ਸਹੀ ਤਸੱਲੀ ਨਹੀਂ ਹੁੰਦੀ ਲੋਕਾਂ ਦੀ, ਉਹਨਾਂ ਚਿਰ ਮਤਲਬ ਕਿ ਕਿਲੇ ਦਾ ਬਿੱਲ ਨਹੀਂ ਪਾਸ ਹੋਣ ਦਿੱਤਾ ਜਾਊਗਾ, ਸਾਰਾ ਕੰਮ ਤਸੱਲੀ ਬਖਸ਼ ਹੋਊਗਾ। ਇਹ ਮੇਰੀ ਸੜਕ ਦੇ ਬਾਰੇ ਦੱਸ ਦਿਓ ਵੀ ਕਿੰਨੇ ਕਰੋੜ ਤੇ ਕਿੰਨੇ ਐਸਟੀਮੇਟ ਨਾਲ? ਇਹ 37 ਲੱਖ ਦੀ ਲਾਗਤ ਨਾਲ ਓਂਕਾਰ ਵਿਹਾਰ, ਜੀਆਰਡੀ ਨਗਰ ਤੇ ਗੁਰੂ ਨਾਨਕ ਨਗਰ ਤੇ ਸੁਖਦੇਵ ਨਗਰ ਸਾਂਝੀ ਰੋਡ ਆ, ਇਹ 37 ਲੱਖ ਦੀ ਲਾਗਤ ਨਾਲ ਬਣ ਰਹੀ ਜਾ ਰਹੀ ਆ, ਔਰ ਬਣ ਕੇ ਵਧੀਆ ਢੰਗ ਨਾਲ, ਕਿਉਂਕਿ ਲੰਮੇ ਸਮੇਂ ਤੋਂ ਮੰਗ ਸੀ, ਲੰਮੇ ਸਮੇਂ ਤੋਂ ਇਹ ਇੱਥੇ ਮਤਲਬ ਕਿ ਟੋਏ ਪਏ ਹੋਏ ਸੀਗੇ, ਲੋਕਾਂ ਨੂੰ ਆਉਣਾ ਜਾਣਾ ਔਖਾ ਸੀ, ਤੇ ਇਹਦੇ ਬਣਨ ਨਾਲ ਲੋਕਾਂ ਨੂੰ ਸਾਰਿਆਂ ਨੂੰ ਸਹੂਲਤ ਮਿਲੂਗੀ। ਇਸ ਤੋਂ ਇਲਾਵਾ ਵੀ ਜਿਹੜਾ ਵੀ ਵਿਧਾਨ ਸਭਾ ਹਲਕਾ ਪੂਰਬੀ 'ਚ ਕੰਮ ਹੋਣ ਵਾਲਾ, ਚਾਹੇ ਸੜਕਾਂ ਦਾ ਕੰਮ ਆ, ਚਾਹੇ ਸੀਵਰੇਜ ਦਾ ਕੰਮ ਆ, ਚਾਹੇ ਵਾਟਰ ਸਪਲਾਈ ਦਾ ਕੰਮ ਆ, ਚਾਹੇ ਉਹ ਸਟਰੀਟ ਲਾਈਟਾਂ ਦਾ ਕੰਮ ਆ, ਚਾਹੇ ਆਮ ਆਦਮੀ ਕਲੀਨਿਕ ਦਾ ਕੰਮ ਆ, ਹਰੇਕ ਕੰਮ ਜਿਵੇਂ ਕਿ ਗਰੰਟੀ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ, ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ, ਔਰ ਸਾਰੇ ਹੀ ਕੰਮ ਹੋਣਗੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡਾ ਇੱਕ ਮਕਸਦ ਆ, ਪੰਜਾਬ ਨੂੰ ਤਰੱਕੀ ਤੇ ਲੈ ਜਾ ਕੇ ਜਾਣਾ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ। ਗਰਮ ਸਾਹਿਬ, ਕਿਤੇ ਇਦਾਂ ਤਾਂ ਨਹੀਂ ਹੈਗਾ ਵੀ ਸੜਕ ਤਾਂ ਆਲਰੇਡੀ ਬਣਾ ਦਿੱਤੀ, ਤੁਸੀਂ ਅੱਜ ਪਹੁੰਚਦੇ ਪਏ ਉਦਘਾਟਨ ਤੋਂ ਪਹਿਲਾਂ ਤੁਸੀਂ ਪਹੁੰਚੇ ਨਹੀਂ ਹੈਗੇ, ਕਿਤੇ ਫਾਰਮੈਲਿਟੀ ਪੂਰੀ ਕੀਤੀ ਜਾ ਰਿਹਾ, ਔਰ ਜਿੰਨਾ ਕਿ ਅਸੀਂ ਵਿਜ਼ਿਟ ਕੀਤਾ, ਜਿੰਨੀ ਸੜਕ ਘੁੰਮੀਆਂ, ਇੱਕ ਵੀ ਰੋਡ ਜਾਲੀ ਨਹੀਂ ਦਿਖਾਈ ਦਿੱਤੀ ਸੜਕ ਦੇ ਉੱਤੇ। ਰੋਡ ਜਾਲੀਆਂ ਬਣੀਆਂ ਹੋਈਆਂ ਨੇ ਜੀ, ਆਹ ਦੇਖੋ ਤੁਹਾਡੇ ਸਾਹਮਣੇ ਆਹ ਰੋਡ ਜਾਲੀਆਂ ਬਣੀਆਂ ਹੋਈਆਂ ਨੇ, ਉਧਰ ਵੀ ਬਣੀਆਂ ਹੋਈਆਂ ਨੇ, ਸਾਰੀਆਂ ਰੋਡ ਜਾਲੀਆਂ ਬਣਾ ਕੇ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਮੇਰੇ ਮਿਲ ਕੇ ਡਿਊਟੀ ਦੇ ਵਿੱਚ, ਜਿਹੜੀ ਮੇਰੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਔਰ ਕਿਤੇ ਨਾ ਕਿਤੇ ਆਸ ਕਰਦੇ ਆ ਕਿ ਇਸ ਸੜਕ ਨੂੰ ਜਿੱਦਾਂ ਦੁਬਾਰੇ ਤੁਸੀਂ ਕਹਿੰਦੇ ਹੋ ਪਟਵਾ ਕੇ ਕੰਮ ਕੀਤਾ ਜਾਊਗਾ, ਅਗਰ ਮੀਂਹ ਪੈਂਦਾ, ਬਾਰਿਸ਼ ਪੈਂਦੀ ਤਾਂ ਜ਼ਿੰਮੇਵਾਰੀ ਕਿਹਦੀ ਹੋਗੀ ਅਗਰ ਸੜਕ ਖਰਾਬ ਹੋਈ? ਬਿਲਕੁਲ ਅਫਸਰਾਂ ਤੇ ਬਣਦੀ ਕਾਰਵਾਈ ਹੋਊਗੀ, ਪਰਚੇ ਵੀ ਦਰਜ ਹੋਣਗੇ ਤੇ ਨਾਲ ਉਹਨਾਂ ਨੂੰ ਜਿਹੜਾ ਬਣਦੀ ਸਜ਼ਾ ਵੀ ਮਿਲੂਗੀ। ਧੰਨਵਾਦ। ਇਹ ਤਾਂ ਜੀ ਹਲਕਾ ਪੂਰਬੀ ਦੇ ਦਲਜੀਤ ਸਿੰਘ ਭੋਲਾ ਗਰੇਵਾਲ, ਜਿਹੜੇ ਕਿ ਅੱਜ ਜੀਆਰਡੀ ਨਗਰ ਸੜਕ ਦਾ ਜਿਹੜਾ ਕਿ ਉਦਘਾਟਨ ਕਰਨ ਦੀ ਗੱਲ ਕਰਾਂ, ਉਦਘਾਟਨ ਕਰਨ ਲਈ ਪਹੁੰਚੇ ਸਨ। ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੱਦਾਂ ਕਿ ਲੋਕਾਂ ਵੱਲੋਂ ਐਲੀਗੇਸ਼ਨ ਲਗਾਏ ਗਏ ਸੀਗੇ ਕਿ ਇਹਨਾਂ ਦੇ ਕਾਰਨਰਾਂ ਦੇ ਉੱਤੇ ਕਿ ਟਾਈਲਾਂ, ਕੋਈ ਪੱਥਰ, ਕੋਈ ਰੋਕ ਜਿਹਨੂੰ ਕਹਿੰਦੇ ਆ, ਕੋਈ ਰੋਕ ਦਾ ਪ੍ਰਬੰਧ ਨਹੀਂ ਕੀਤਾ ਗਿਆ, ਔਰ ਉਹ ਬੜੀ ਦੂਰ ਦੂਰ ਤੱਕ ਰੋਡ ਜਾਲੀਆਂ ਪਾਈਆਂ ਨੇ, ਤਾਂ ਕਾਫੀ ਦੂਰ ਤੱਕ ਜਾਂ ਬਹੁਤ ਹਟਵੀਆਂ ਪਾਈਆਂ ਨੇ, ਜਿਹਦੇ ਕਰਕੇ ਸੜਕ ਦੀ ਲਾਈਫ ਨਹੀਂ ਰਹੇਗੀ। ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਲਦੀ ਦਿਖਾਈ ਗਈ ਸਰਕਾਰ ਵੱਲੋਂ ਸੜਕ ਬਣਾਉਣ ਦੀ, ਔਰ ਵਿਧਾਇਕ ਸਾਹਿਬ ਵੀ ਉਦੋਂ ਪਹੁੰਚਿਆ ਜਦੋਂ ਸੜਕ ਬਣ ਚੁੱਕੀ ਸੀ, ਕੰਪਲੀਟ ਹੋ ਚੁੱਕੀ ਸੀਗੀ, ਪਰ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਦੇ ਵਿੱਚ ਮਸਲਾ ਜਿੱਦਾਂ ਹੀ ਆਇਆ ਉਦੋਂ ਹੀ ਅਸੀਂ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਇਹਨਾਂ ਦਾ ਜਿਹੜਾ ਕਿ ਹੱਲ ਕੀਤਾ ਜਾਵੇ। ਬਾਕੀ ਜਿਹੜੇ ਲੋਕ ਵਿਰੋਧ 'ਚ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਤੁਹਾਡੇ ਵੱਲੋਂ ਪੁਆਇੰਟਸ ਰੱਖੇ ਗਏ ਸੀਗੇ, ਵਿਧਾਇਕ ਸਾਹਿਬ ਜਿਹੜੇ ਕਿ ਉਦਘਾਟਨ ਕਰਨ ਆਏ ਸੀਗੇ, ਕੀ ਤੁਸੀਂ ਪੁਆਇੰਟਸ ਰੱਖੇ ਸੀ? ਸਰ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਇਹ ਬਿਲਕੁਲ ਸਾਡੇ ਨਾਲ ਸਹਿਮਤ ਨੇ। ਉਹਨਾਂ ਨੇ ਕਈ ਦਫਾ ਕਿਹਾ ਵੀ ਰੋਡ ਨੂੰ ਬਿਲਕੁਲ ਸਹੀ ਤਰੀਕੇ ਨਾਲ ਬਣਾਈ ਜਾਵੇ, ਲੇਕਿਨ ਠੇਕੇਦਾਰਾਂ ਦੇ ਜਿਹੜੇ ਬੰਦੇ ਨੇ ਨਾ ਸਫਾਈ ਕਰਨ ਨੂੰ ਤਿਆਰ ਆ, ਨਾ ਪ੍ਰੋਪਰ ਮਿੱਟੀ ਨੂੰ। ਅਸੀਂ ਇਹਨਾਂ ਨੂੰ ਦੇਖੋ ਮਿੱਟੀ ਆ ਦਿਖਾਓ, ਮਿੱਟੀ ਦੇ ਕੈਮਰੇ ਦੇ ਵਿੱਚ ਬਈ ਕਈ ਦਫਾ ਕਹਿ ਚੁੱਕੇ ਮਿੱਟੀ ਚੱਕੀ ਜਾਵੇ, ਲੇਕਿਨ ਕੋਈ ਵੀ ਮਿੱਟੀ ਚੱਕਣ ਨੂੰ ਤਿਆਰ ਨਹੀਂ ਹੈਗਾ। ਮਿੱਟੀ ਇਹ ਕੱਲ੍ਹ ਨੂੰ ਮਿੱਟੀ ਇਹਦੇ ਉੱਪਰ ਹੀ ਜਾਣੀ ਇਹ ਫਿਰ 4-4 ਫੁੱਟ ਮੇਰੇ ਆਪਣੇ ਰੋਡ ਜਿਹੜੀ ਦੱਬੀ ਜਾਣੀ ਹੈ। ਪਰ ਹੁਣ ਵਿਧਾਇਕ ਸਾਹਿਬ ਨੇ ਤਾਂ ਸਿੱਧੇ ਇੰਸਟਰਕਸ਼ਨਸ ਦੇ ਦਿੱਤੀਆਂ ਨੇ, ਸਾਫ਼ ਹੀ ਕਹੀ ਜਾਂਦੇ ਨੇ, ਉਹ ਤਾਂ ਨਹੀਂ ਕਹਿੰਦੇ ਵੀ ਨਾ ਕਰੋ, ਕਹਿੰਦੇ ਨੇ ਕਰੋ, ਲੇਕਿਨ ਕਰਨੀ ਤਾਂ ਇਹਨਾਂ ਨੇ ਆ ਨਾ। ਬਿਲਕੁਲ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਕਿ ਪੈਸਾ ਦਾ ਲਾਸ ਹੋਵੇਗਾ, ਦੁਬਾਰੇ ਨੁਕਸਾਨ ਹੋਵੇਗਾ ਕਿ ਲਾਸ ਹੋਣਾ, ਸਾਡਾ ਹੀ ਲਾਸ ਹੋਣਾ, ਇਹਨਾਂ ਦਾ ਕੋਈ ਲਾਸ ਨਹੀਂ ਹੈਗਾ। ਵੀ ਆਰ ਗੋਇੰਗ ਟੂ ਲੂਜ਼ ਡੇ ਬਾਈ ਡੇ। ਅੱਛਾ, ਇਸ ਤੋਂ ਇਲਾਵਾ ਹੋਰ ਤੁਹਾਨੂੰ ਲੱਗਦਾ ਇਸ ਰੋਡ ਬਣਾਉਣ ਦੇ ਵਿੱਚ ਕੀ ਮਟੀਰੀਅਲ ਜਾਂ ਕੁਆਲਿਟੀ ਲੈ ਕੇ ਸਹੀ ਹੈਗੀ ਆ ਕਿ ਇਹ ਕਰਵਾਣ? ਇਹ ਚੈੱਕ ਕੀਤਾ ਜਾ ਸਕਦਾ। ਅਸੀਂ ਕਿਹੜਾ ਸਿਵਲ, ਆਈ ਐਮ ਨਾਟ ਸਿਵਲ ਇੰਜੀਨੀਅਰ। ਇਹਨਾਂ ਸਾਡੇ ਮੋਹਨ ਲਾਲ ਜੀ ਨੇ, ਉਹ ਚੈੱਕ ਕਰ ਸਕਦੇ ਨੇ, ਉਹਨਾਂ ਦੀ ਵੀ ਸੁਣਦੇ ਨਹੀਂ। ਪਰ ਕਿਤੇ ਨਾ ਕਿਤੇ ਜਿਹੜੇ ਕਿ ਇਲਾਕਾ ਨਿਵਾਸੀਆਂ ਨਾਲ ਗੱਲ ਵਿਕਾਈ, ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਜਿਹੜੀ ਕਿ ਇਹਦੀ ਮੈਂ ਇੱਕ ਵਾਰੀ ਸੜਕ ਦੀ ਦਿਖਾ ਦਵਾਂ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ, ਇੱਧਰਲੇ ਪਾਸੇ ਸੜਕ ਦੇ ਉੱਤੇ ਕਿਤੇ ਨਾ ਕਿਤੇ ਮਿੱਟੀ ਦੇ ਵੱਡੇ ਵੱਡੇ ਲੱਗੇ ਢੇਰ ਦਿਖਾਈ ਦੇ ਰਹੇ ਆ, ਇੱਧਰਲੇ ਪਾਸੇ ਦਾ ਕਿਤੇ ਨਾ ਕਿਤੇ ਜਿਹੜੇ ਪਲਾਟਸ ਹੈਗੇ ਨੇ, ਪਲਾਟਾਂ ਦੇ ਨਾਲ ਪਰ ਰੋਕ ਵਾਸਤੇ ਹਜੇ ਤੱਕ ਕੋਈ ਪੱਥਰ ਨਹੀਂ ਲਗਾਇਆ, ਬਿਨਾਂ ਰੋਕ ਤੋਂ ਹੀ ਜਿਹੜੀ ਸੜਕ ਬਣਾਉਣੀ ਸ਼ੁਰੂ ਕਰਤੀ। ਔਰ ਜਿੱਦਾਂ ਕਿ ਪੈਰ ਮਾਰ ਕੇ ਦਿਖਾਇਆ ਸਨ ਕਿ ਜਦੋਂ ਪੈਰ ਮਾਰਦੇ ਮਿੱਟੀ ਦੇ ਉੱਤੇ ਹੀ ਸੜਕ ਬਣਾਈ ਗਈ ਆ, ਪਰ ਵਿਧਾਇਕ ਗਰੇਵਾਲ ਵੱਲੋਂ ਇਹ ਗੱਲਾਂ ਠੋਕ ਵਜਾ ਕੇ ਗਈਆਂ ਕਿ ਅਗਰ ਕਿਤੇ ਨਾ ਕਿਤੇ ਇਸ ਸੜਕ ਦੇ ਵਿੱਚ ਕੋਈ ਕਮੀ ਪੇਸ਼ੀ ਪਾਏਗੀ ਤਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਬਣਦੀ ਢੁਕਵੀਂ ਕਾਰਵਾਈ ਕੀਤੀ ਜਾਏਗੀ। ਦੇਖਦੇ ਸੜਕ ਨੂੰ ਦੁਬਾਰੇ ਪੱਟ ਕੇ ਬਣਾਇਆ ਜਾਂਦਾ ਕੀ ਕੁਝ ਬਣਦਾ।
ਮਹਿੰਦਰ ਸ਼ਰਮਾ ਜੀ ਵੀ ਉਚੇਚੇ ਤੌਰ ਤੇ ਮੌਜੂਦ ਆ। ਲਗਾਤਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਟੀਮ ਦੇ ਵਿੱਚ ਕੰਮ ਕਰਦੇ ਆ। ਸਰ ਅੱਜ ਜੀਆਰਡੀ ਨਗਰ ਦੀ ਗੱਲ ਕਰੀਏ, ਕਿਤੇ ਨਾ ਕਿਤੇ ਹਲਕਾ ਪੂਰਬੀ ਦੀ ਗੱਲ ਕਰਾਂ ਤਾਂ ਡਿਵੈਲਪਮੈਂਟ ਦੇ ਕੰਮ ਲਗਾਤਾਰ ਜਾਰੀ ਆ। ਗਰੇਵਾਲ ਸਾਹਿਬ ਜਿੱਥੇ ਜਿੱਥੇ ਜਾਂਦੇ ਆ ਡਿਵੈਲਪਮੈਂਟ ਕਰਾਉਂਦੇ ਆ। ਅੱਜ ਰੋਡ ਬਣਨ ਜਾ ਰਹੀ ਸੀਗੀ, ਤੁਸੀਂ ਮੌਕੇ ਦੇ ਉੱਤੇ ਪਹੁੰਚੇ ਹੋ, ਕਿੱਦਾਂ ਦੇਖਦੇ ਹੋ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਔਰ ਗਰੇਵਾਲ ਸਾਹਿਬ ਦੀ ਕਾਰਗੁਜ਼ਾਰੀ ਨੂੰ? ਮੈਂ ਕਹਿ ਸਕਦਾ ਕਿ ਇਹ ਬੜੇ ਲੰਬੇ ਟਾਈਮ ਤੋਂ ਜਿਹੜੀ ਸੜਕ ਹੈ ਪਿੱਛੇ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਇਹ ਜੀਆਰਡੀ ਨਗਰ ਦੀ ਸੜਕ ਜਿਹੜੀ ਹੈਗੀ ਹੈ ਲਗਭਗ 37 ਲੱਖ ਦੇ ਐਸਟੀਮੇਟ ਨਾਲ ਇਹ ਸੜਕ ਬਣੀ ਹੈ, ਜੋ ਕਿ ਸਾਡੇ ਐਮਐਲਏ ਸਾਹਿਬ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਨੇ ਸੀਐਮ ਸਾਹਿਬ ਤੋਂ ਸਮੇਂ-ਸਮੇਂ ਤੇ ਫੰਡ ਲਿਆ ਕੇ ਇਹ ਸੜਕਾਂ ਬਣਾ ਰਹੇ ਨੇ ਔਰ ਸਮੇਂ-ਸਮੇਂ ਦੇ ਵਿੱਚ ਇਹ ਸੜਕ ਪੂਰੀ ਕੀਤੀ ਹੈ, ਜੋ ਕਿ ਜੀਆਰਡੀ ਨਗਰ ਨੂੰ ਪੂਰੇ ਨੂੰ ਜੋੜਦੀ ਹੈ। ਔਰ ਸਰਕਾਰਾਂ ਸਾਡੀ ਐਮਐਲਏ ਸਾਹਿਬ ਨੇ ਸੀਐਮ ਸਾਹਿਬ ਤੋਂ ਲੈ ਕੇ ਫੰਡ ਸਾਰਾ ਕੰਮ ਹੀ ਕਰਾਇਆ ਹੈ ਔਰ ਸਰਕਾਰ ਸਾਡੀ, ਚਾਹੇ ਉਹ ਗਰੰਟੀ ਦੀ ਗੱਲ ਕਰ ਲਈਏ, ਬਿਜਲੀ ਦੇ ਬਿੱਲ ਦੀ ਜ਼ੀਰੋ, ਚਾਹੇ ਨਿਯੁਕਤੀ ਪੱਤਰ ਦੇਣ ਦੀ ਗੱਲ ਕਰੀਏ, ਅੱਜ ਸਰਕਾਰ ਸਾਡੀ ਸਾਰੀ ਗਰੰਟੀਆਂ ਪੂਰੀ ਕਰਦੀ ਹੈ ਭਗਵੰਤ ਮਾਨ ਸਾਹਿਬ ਜੀ। ਔਰ ਬਿਜਲੀ ਦਾ ਬਿੱਲ ਜ਼ੀਰੋ ਆਇਆ ਵਾ, ਸਾਰੀ ਗਰੰਟੀਆਂ ਪੂਰੀ ਕਰ ਰਹੀ ਹੈ ਔਰ ਸਮੇਂ ਦੇ ਮੁਤਾਬਿਕ ਜਿਹੜੇ ਵੀ ਜੋ ਵੀ ਕੰਮ ਹੈ ਰੰਗਲਾ ਪੰਜਾਬ, ਨਸ਼ਾ ਖਤਮ ਕਰਕੇ, ਕਰਪਸ਼ਨ ਖਤਮ ਕਰਕੇ, ਜੋ ਮਾਨ ਸਾਹਿਬ ਦਾ ਮੁੱਖ ਮੁੱਦਾ ਹੈਗਾ ਉਹ ਅੱਜ ਰੰਗਲਾ ਪੰਜਾਬ ਬਣਨ ਜਾ ਰਿਹਾ ਹੈ, ਖੁਸ਼ਹਾਲ ਪੰਜਾਬ ਬਣਨ ਜਾ ਰਿਹਾ ਹੈ। ਤਾਂ ਮੈਂ ਇਸੇ ਗੱਲ ਕਹਿੰਦੇ ਹੋਏ ਸਰਕਾਰ ਦਾ, ਸੀਐਮ ਸਾਹਿਬ ਦਾ ਤੇ ਸਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ। ਸਰ ਫਿਰ ਅੱਜ ਜਦੋਂ ਮੈਂ ਦੇਖ ਰਿਹਾ ਕਿ ਸੜਕ ਬਣਾ ਲਈ, ਐਮਐਲਏ ਸਾਹਿਬ ਪਹੁੰਚੇ ਤਾਂ ਮੌਕੇ ਤੇ ਵਿਰੋਧ ਹੋ ਰਿਹਾ ਸੀ ਸੜਕ ਦੇ ਉੱਤੇ, ਕਿਤੇ ਨਾ ਕਿਤੇ ਮਾਪਦੰਡਾਂ ਤੇ ਸੜਕ ਪੂਰੀ ਖਾਰੀ ਨਹੀਂ ਸੀ ਉਤਰੇਗੀ, ਉਹ ਕੀ ਮਾਮਲਾ ਸੀ? ਨਹੀਂ, ਕੋਈ ਵਿਰੋਧ ਨਹੀਂ ਹੈਗਾ। ਜੇ ਕਿਤੇ ਥੋੜੀ ਮੋਟੀ ਮਿੱਟੀ ਕਿਤੇ ਨਹੀਂ ਚੱਕ ਹੋਈ, ਉਹ ਐਮਐਲਏ ਸਾਹਿਬ ਨੇ ਮੌਕੇ ਤੇ ਅਸੀਂ ਸਾਹਿਬ ਨੂੰ, ਜੇਈ ਸਾਹਿਬ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ। ਮਿੱਟੀ ਪਹਿਲਾਂ 2 ਦਿਨ ਪਹਿਲਾਂ ਮਿੱਟੀ ਕਿਨਾਰੇ ਤੇ ਮਿੱਟੀ ਰਹੇਗੀ ਨਹੀਂ, ਮਿੱਟੀ ਚੁੱਕ ਲਈ ਜਾਏਗੀ। ਅੱਗੇ ਤੋਂ ਮਿੱਟੀ ਉਰੇ ਪਹਿਲਾਂ ਸਾਈਡ ਤੇ ਕੀਤੀ ਜਾਂਦੀ ਸੀਗੀ, ਜੋ ਕਿ ਪਿਛਲੀ ਸਰਕਾਰਾਂ ਦੇ ਟਾਈਮ 'ਚ ਇਹੀ ਰਿਵਾਜ ਪਿਆ ਸੀ। ਹੁਣ ਅਸੀਂ ਸਾਹਿਬ ਨੇ ਮੌਕੇ ਤੇ ਐਮਐਲਏ ਸਾਹਿਬ ਨੂੰ ਹਦਾਇਤ ਦਿੱਤੀ ਹੈ ਵੀ ਮਿੱਟੀ ਚੱਕ ਕੇ ਹੀ ਸੁੱਟਣੀ ਹੈ, 2 ਦਿਨ ਪਹਿਲਾਂ ਚੁੱਕ ਲੈਣੀ। ਚੱਕ ਕੇ ਸੁੱਟਣੀ ਤੁਹਾਡੀ ਗੱਲ ਸਹੀ ਆ, ਪਰ ਕਿਤੇ ਨਾ ਕਿਤੇ ਜਿਨ੍ਹਾਂ ਦਾ ਰੋਜ਼ ਦਾ ਕੰਮ ਆ, ਜੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਗੱਲ ਕਰ ਲਏ, ਐਮਸੀ ਦੀ ਗੱਲ ਕਰਾਂ, ਇਹਨਾਂ ਦਾ ਰੋਜ਼ ਦਾ ਕੰਮ, ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਸੜਕ ਕਿਹੜੇ ਮਾਪਦੰਡ ਖਰੀ ਉਤਰੇਗੀ। ਪਰ ਲੋਕਾਂ ਵਿਰੋਧ ਕਰਨਾ, ਜਿੱਦਾਂ ਦੇਖ ਰਹੇ ਕਿ ਪੈਰ ਮਾਰ ਕੇ ਸੜਕ ਟੁੱਟਦੀ ਆ, ਫਿਰ ਵਿਰੋਧ ਤਾਂ ਆਪੇ ਹੋਏਗਾ। ਕੱਲ ਨੂੰ ਬਾਰਿਸ਼ ਹੋ ਜਾਏਗੀ, ਦਿੱਕਤ ਆ ਜਾਏਗੀ ਤਾਂ ਲੋਕਾਂ ਦਾ ਪੈਸਾ ਲਾਇਆ ਬੇਕਾਰ ਹੋ ਜਾਏਗਾ। ਕੋਈ ਪੈਰ ਮਾਰ ਕੇ ਸੜਕ ਨਹੀਂ ਟੁੱਟਦੀ ਜੀ, ਬਿਲਕੁਲ ਰੋਡ ਤੁਸੀਂ ਚੈੱਕ ਕਰੋ, ਕੈਮਰਾ ਨਿਗਾਹ ਮਰਾਓ, ਬਿਲਕੁਲ ਵਧੀਆ ਬਣੀ ਹੋਈ ਹੈ, ਕੋਈ ਦਿੱਕਤ ਨਹੀਂ ਹੈ। ਰੋਡ ਪੱਥਰ ਨਹੀਂ ਲੱਗੇ, ਸਾਈਡਾਂ ਤੇ ਰੋਕ ਨਹੀਂ ਲੱਗੀ ਹੋਈ ਕਿਤੇ? ਲੱਗੇਗੀ ਨਾ ਜੀ, ਕੰਮ ਚਾਲੂ ਹੈ, ਲੱਗੇਗੀ। ਸਰ ਪਹਿਲਾਂ ਬਣ ਗਈ ਰੋਕ ਬਾਅਦ ਚ ਲੱਗੇਗੀ? ਪਹਿਲਾਂ ਸਾਰਾ ਕੰਮ ਹੋਏਗਾ ਔਰ ਜਿਹੜੀ ਮਾੜੀ ਮੋਟੀ ਕਿਤੇ ਮਿੱਟੀ ਹੈਗੀ ਹੈ ਉਹ ਐਮਐਲਏ ਸਾਹਿਬ ਨੇ ਮੌਕੇ ਤੇ ਹੀ ਅਸੀਂ ਸਾਹਿਬ ਨੂੰ ਕਹਿ ਕੇ, ਜੇਈ ਸਾਹਿਬ ਨੂੰ ਕਹਿ ਕੇ ਨਿਰਦੇਸ਼ ਦੇਤੇ, ਪੁੱਟ ਕੇ ਦੁਬਾਰਾ ਬਣੇਗੀ। ਤੁਸੀਂ ਆ ਕੇ ਫਿਰ ਆਪਾਂ 2 ਦਿਨ ਬਾਅਦ ਚੈੱਕ ਕਰ ਲਾਂਗੇ, ਕੋਈ ਦਿੱਕਤ ਨਹੀਂ ਆਏਗੀ। ਰੋਡ ਜਾਲੀਆਂ ਪ੍ਰੋਪਰ ਪਈਆਂ ਹੋਈਆਂ? ਰੋਡ ਜਾਲੀਆਂ ਬਿਲਕੁਲ ਪ੍ਰੋਪਰ ਪਈਆਂ ਹਨ, ਤੁਸੀਂ ਦੇਖ ਸਕਦੇ ਹੋ, ਕੈਮਰਾ ਨਿਗਾਹ ਮਰਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਚਲੋ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 2 ਦਿਨਾਂ ਬਾਅਦ ਆ ਕੇ ਵਿਜ਼ਿਟ ਕਰੋ, ਇਨ ਕੇਸ ਬਾਰਿਸ਼ ਆਂਦੀ ਆ ਤਾਂ ਤੁਸੀਂ ਵੀ ਇੱਥੇ, ਅਸੀਂ ਵੀ ਇੱਥੇ ਕਿਤੇ ਨਾ ਕਿਤੇ ਵਿਜ਼ਿਟ ਕਰਾਂਗੇ। ਫਿਰ ਇਹ ਠੀਕ ਕਰਾ, ਅਗਰ ਕੱਲ ਨੂੰ ਨੁਕਸਾਨ ਹੋਏਗਾ ਤਾਂ ਕਿਹਦੇ ਠੀਕ ਕਰਾ ਸਿਰ ਭੰਨਿਆ ਜਾਏ? ਬਿਲਕੁਲ ਹੋਏਗੀ ਜੀ, ਕੋਈ ਦਿੱਕਤ ਨਹੀਂ ਹੈ ਜੀ, ਕੋਈ ਬਖਸ਼ਿਆ ਨਹੀਂ ਜਾਏਗਾ। ਚਾਹੇ ਸਰਕਾਰ ਦਾ ਇੱਕੋ ਹੀ ਨਿਰਦੇਸ਼ ਹੈ, ਐਮਐਲਏ ਸਾਹਿਬ ਵੀ ਇਹੀ ਕਹਿੰਦੇ, ਕੋਈ ਬਖਸ਼ਿਆ ਨਹੀਂ ਹੈਗਾ। ਚਾਹੇ ਐਸਸੀ ਹੈ, ਚਾਹੇ ਉਹ ਜੇਈ ਹੈ, ਚਾਹੇ ਉਹ ਐਮਐਲਏ ਹੈ, ਚਾਹੇ ਉਹ ਮੰਤਰੀ ਹੈ, ਬਿਲਕੁਲ ਕੰਮ ਸਰਕਾਰ ਜਿਹੜੀ ਹੈਗੀ ਸਾਡੇ ਐਮਐਲਏ ਸਾਹਿਬ ਬਿਲਕੁਲ ਧਿਆਨ, ਸਮੇਂ-ਸਮੇਂ ਤੇ ਧਿਆਨ ਰੱਖ ਕੇ ਕੰਮ ਕਰਵਾ ਰਹੇ ਨੇ। ਠੀਕ ਹੈ ਜੀ, ਧੰਨਵਾਦ ਜੀ। ਠੀਕ, ਗੱਲਬਾਤ ਕਰਾਈ ਤੁਹਾਡੀ ਇਲਾਕਾ ਨਿਵਾਸੀਆਂ ਦੇ ਨਾਲ। ਜੀਆਰਡੀ ਨਗਰ ਦੀ ਕਹਿੰਦੇ ਕਾਫੀ ਲੰਬੇ ਤੋਂ ਸਮੱਸਿਆ ਜਿਹੜੀ ਕਿ ਚੱਲਦੀ ਆ ਰਹੀ ਸੀਗੀ, ਪਰ ਕਿਤੇ ਨਾ ਕਿ ਰੋਡ ਪੱਥਰ ਸੜਕ ਬਣਾਉਣ ਦੀ ਕਾਹਲੀ ਕੀਤੀ ਗਈ। ਪਹਿਲਾਂ ਜਿਹੜੇ ਕਿ ਉਹ ਰੋਕਾਂ, ਜਿਹਨੂੰ ਕਹਿੰਦੇ ਰੋਕਾਂ ਪਹਿਲਾਂ ਲੱਗਦੀ ਹੁੰਦੀਆਂ ਨੇ, ਇੱਧਰ ਪਾਸੇ ਲੈਫਟ ਸਾਈਡ ਤੇ ਵੀ ਰੋਕ ਨਹੀਂ ਲੱਗੀ ਹੋਈ। ਕਿਤੇ ਨਾ ਕਿਤੇ ਜਿਹੜੇ ਲੋਕਾਂ ਦੀਆਂ ਪਲਾਟਾਂ ਦੀਆਂ ਨੀਹਾਂ ਨੇ ਉਹਨਾਂ ਦੇ ਨਾਲ ਹੀ ਸੜਕ ਬਣਾ ਦਿੱਤੀ ਗਈ ਹੈਗੀ ਆ। ਬਾਕੀ ਪਰ ਜਿਹੜੇ ਐਮਐਲਏ ਸਾਹਿਬਾਨ ਉਹਨਾਂ ਨੇ ਤਾਂ ਕਿਤੇ ਨਾ ਕਿਤੇ ਆਪਣੇ ਵੱਲੋਂ ਇਹ ਗੱਲ ਕਹਿ ਕੇ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਉਹਨਾਂ ਦੇ ਉੱਤੇ ਇਹ ਚੀਜ਼ਾਂ ਸਿੱਟੀਆਂ ਨੇ ਕਿ ਕਿਤੇ ਨਾ ਕਿਤੇ ਜਿਹੜੇ ਅਧਿਕਾਰੀ ਸੜਕ ਬਣਾਉਂਦੇ ਆ ਪਹਿਲ ਦੇ ਆਧਾਰ ਤੇ ਉੱਤੇ ਇਹ ਕੰਮ ਕਰਨ, ਜਿਹੜੇ ਉਹਨਾਂ ਨੂੰ ਦੇਖਣਾ ਚਾਹੀਦਾ ਵਾ। ਹਲਕਾ ਪੂਰਬੀ ਦੇ ਵਿਧਾਇਕ ਜੀਆਰਡੀ ਨਗਰ ਦੀ ਸੜਕ ਦਾ ਉਦਘਾਟਨ ਕਰਕੇ ਗਏ ਨੇ, ਪਰ ਕੁਝ ਲੋਕ ਵਿਰੋਧ ਦੇ ਵਿੱਚ ਵੀ ਆਏ ਸੀਗੇ। ਕਿਤੇ ਨਾ ਕਿਤੇ ਮਾਪਦੰਡਾਂ ਦੇ ਉੱਤੇ ਸੜਕ ਨਹੀਂ ਸੀ ਖਰੀ ਉਤਰਦੀ, ਤਾਂ ਹੀ ਲੋਕਾਂ ਨੇ ਵਿਰੋਧ ਕੀਤਾ। ਮੋਹਨ ਲਾਲ ਬਾਊ ਜੀ ਸਾਡੇ ਨਾਲ ਖੜੇ ਨੇ। ਬਾਊ ਜੀ, ਵਿਧਾਇਕ ਸਾਹਿਬ ਆਏ ਸੀਗੇ ਉਦਘਾਟਨ ਕਰਕੇ ਸੜਕ ਦਾ, ਪਰ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਜਿਹੜੀ ਸੜਕ ਆ ਮਾਪਦੰਡਾਂ ਤੇ ਖਰੀ ਨਹੀਂ ਉਤਰਦੀ। ਕਿਤੇ ਨਾ ਕਿਤੇ ਲੋਕਾਂ ਦੀ ਨੀਹਾਂ ਦੇ ਨਾਲ ਸੜਕ ਬਣਾ ਦਿੱਤੀ, ਰੋਕ ਪੱਥਰ ਨਹੀਂ ਲਾਏ, ਰੋਡ ਜਾਲੀਆਂ ਪ੍ਰੋਪਰ ਬਣਾਈਆਂ ਔਰ ਮਿੱਟੀ ਦੇ ਉੱਤੇ ਸੜਕ ਬਣਾਈ ਆ। ਕਿੰਨਾ ਗੱਲਾਂ ਦੇ ਵਿੱਚ ਰੋਡ ਹੀ ਜਿਹੜੀ ਰੋਡ ਮਤਲਬ ਬਾਕੀ ਦੀ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ, ਜਾਲੀਆਂ ਲੱਗੀਆਂ ਨੇ। ਜਾਲੀਆਂ ਨਾ ਦੱਸਣ 'ਚ ਮਤਲਬ ਕਮੀ ਆਈ, ਲੋਕ ਦੱਸ ਨਹੀਂ ਪਏ ਜਾਲੀ ਕਿੱਥੇ, ਜਾਲੀਆਂ ਲੱਗੀਆਂ ਨੇ। ਲੇਕਿਨ ਜਿੱਥੇ ਰੋਡ ਦੂਸਰੇ ਰੋਡ ਦੇ ਨਾਲ ਜੁੜਦਾ ਉੱਥੇ ਉਹਨਾਂ ਨੇ ਮਿੱਟੀ ਨਹੀਂ ਸਾਫ਼ ਕੀਤੀ ਸੀ। ਐਮਐਲਏ ਸਾਹਿਬ ਨੂੰ ਦੱਸੀ, ਉਹਨਾਂ ਨੇ ਤਾੜਨਾ ਵੀ ਕੀਤੀ ਡਿਪਾਰਟਮੈਂਟ ਨੂੰ, ਜਿਹੜੇ ਵਰਕਰ ਮੌਕੇ 'ਤੇ ਡਿਊਟੀ ਉਹਨਾਂ ਦੀ ਵੀ ਡੰਡ ਕੀਤੀ ਹੈ, ਉਹਨੂੰ ਸਾਫ਼ ਕਰਕੇ ਦੁਬਾਰਾ ਕਰਨਗੇ। ਅਸਲ ਕੱਲ੍ਹ ਹਨੇਰੀ ਚੱਲ ਗਈ, ਕੁਛ ਉਹਨਾਂ ਦੀ ਵੀ ਗਲਤੀ ਨਹੀਂ, ਸਾਡੀ ਗਲਤੀ ਹੈ, ਹਨੇਰੀ ਵੀ ਚੱਲ ਗਈ ਸੀ। ਉਹਨਾਂ ਨੇ ਲੁੱਕ ਪੈ ਰਹੀ ਸੀ, ਗੱਡੀ ਦਾ ਕੋਈ ਮੋੜਦਾ ਨਹੀਂ, ਵਾਪਸ ਕਰਦਾ ਨਹੀਂ ਹੈ। ਪੱਟ ਕੇ ਨਹੀਂ ਬਣਾਈ ਗਈ ਕਹਿੰਦੇ ਉਦੋਂ ਤੇ ਫਾਰਮੈਲਿਟੀ ਪੂਰੀ ਪੁਰਾਣਾ ਸਾਨੂੰ ਇਹ ਪਤਾ ਲੱਗਿਆ, ਕਹਿੰਦੇ ਜੀ ਜੋ ਐਸਟੀਮੇਟ ਸੀ ਪਹਿਲਾਂ ਉਹਦੇ ਤੇ ਖਾਲੀ ਪ੍ਰੀਮਿਕਸ ਪਾਉਣ ਦਾ ਐਸਟੀਮੇਟ ਸੀ, ਕੋਈ ਰੋੜੀ ਪਾਉਣ ਦਾ ਐਸਟੀਮੇਟ ਨਹੀਂ ਸੀ। ਪ੍ਰੀਮਿਕਸ ਦੀ ਗੱਲ ਥੋੜੀ ਠੀਕ ਹੈਗੀ, ਪਰ ਉਹਦੀ ਰਿਪੇਅਰ ਜਾਂ ਸਾਂਭ ਸੰਭਾਲ ਦੀ ਤਾਂ ਗੱਲ ਕਰਨੀ ਚਾਹੀਦੀ ਆਪਾਂ ਨੂੰ। ਅਗਰ ਇਨ ਕੇਸ ਉਹਦੇ ਵਿੱਚ ਮੰਨ ਲਓ
ਸਾਈਡਾਂ ਤੇ ਰੋੜੇ ਪਏ ਜਾਂ ਮਿੱਟੀ ਪਈ ਆ, ਚੱਕਣੀ ਚਾਹੀਦੀ ਆ। ਵਿਧਾਇਕ ਸਾਹਿਬ ਆਇਆ ਕਿਤੇ ਨਾ ਕਿਤੇ ਕਵਰ ਕੀਤਾ ਜਾ ਰਿਹਾ ਕਿ ਜਿਨ੍ਹਾਂ ਦਾ ਰੋਜ਼ ਦਾ ਕੰਮ ਉਹਨਾਂ ਨੂੰ ਤਾਂ ਪਤਾ ਹੁੰਦਾ ਨਾ ਕਿ ਸੜਕ ਕਿੱਦਾਂ ਬਣਦੀ ਹੈ। ਨਹੀਂ, ਕੋਈ ਕਵਰ ਨਹੀਂ ਕੀਤਾ ਜਾ ਰਿਹਾ। ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਦੱਸਿਆ, ਉਹਨਾਂ ਨੇ ਡਿਪਾਰਟਮੈਂਟ ਨੂੰ ਬੁਲਾ ਕੇ ਸਾਰੀਆਂ ਪੂਰੀਆਂ ਕਰਨ ਵਾਸਤੇ ਸਾਨੂੰ ਭਰੋਸਾ ਦਿੱਤਾ, ਬਿਲਕੁਲ ਠੀਕ ਠਾਕ ਕਰਾਵਾਂਗੇ। ਜਦ ਇਸ ਗੱਲ ਦੀ ਸ਼ੋਰਟੀ ਆ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਬਾਰਿਸ਼ ਆਏਗੀ, ਸੜਕ ਨਹੀਂ ਟੁੱਟੇਗੀ। ਅਗਰ ਟੁੱਟੇਗੀ ਤਾਂ ਫਿਰ ਕਿਤੇ ਨਾ ਕਿਤੇ ਸਰਕਾਰਾਂ ਦੇ ਗਾਜ ਡਿੱਗੇਗੀ ਜਾਂ ਅਫਸਰਾਂ ਦੇ ਗਾਜ ਡਿੱਗੇਗੀ। ਨਹੀਂ, ਅਫਸਰਾਂ ਦਾ ਵੀ ਜ਼ਿੰਮੇਵਾਰ ਹੋਣਗੇ ਤਾਂ ਕੋਈ ਤਾਂ ਮੁਹੱਲਾ ਨਿਵਾਸੀ ਅਸੀਂ ਤਾਂ ਜੇ ਕੋਈ ਦਿੱਕਤ ਆਏਗੀ ਫਿਰ ਦੱਸਾਂਗੇ, ਉਹਨਾਂ ਦੇ ਨੋਟਿਸ ਵਿੱਚ ਲਿਆਵਾਂਗੇ। ਬਾਕੀ ਜਿਹਦੀ ਕਮੀ ਹੋਏਗੀ ਡਿਪਾਰਟਮੈਂਟ ਵਾਲਿਆਂ ਦੀ ਖਿਚਾਈ ਹੋਏਗੀ, ਪੈਸਾ ਸਰਕਾਰ ਦਾ ਖਾਤਾ ਦੁਬਾਰਾ ਲਗਾਉਣਗੇ, ਉਹਨਾਂ ਦੀ ਗਾਰੰਟੀ ਵੀ ਤਾਂ ਹੋਏਗੀ। ਅੱਛਾ ਸਾਹਿਬ, ਤੁਸੀਂ ਵੀ ਇੱਕ ਮੁੱਦਾ ਰੱਖਣਾ ਚਾਹੁੰਦੇ ਸੀ ਵਿਧਾਇਕ ਸਾਹਿਬ ਦੇ ਸਾਹਮਣੇ, ਕੀ ਮੁੱਦਾ ਸੀਗਾ? ਉਹ ਕਹਿੰਦੇ ਸੀ ਇੱਕ ਮੁੱਦਾ ਰੱਖਣਾ ਵਿਧਾਇਕ ਸਾਹਿਬ ਦੇ ਸਾਹਮਣੇ। ਇੱਕ ਹੋਰ ਸਾਡੇ ਮੇਨ ਰੋਡ ਦੇ ਉੱਤੇ ਇੱਕ ਝੌਂਪੜੀ ਬਣੀ ਹੋਈ ਹੈ, ਮਤਲਬ 15-20 ਸਾਲਾਂ ਤੋਂ ਸੜਕ ਦੇ ਵਿਚਾਲੇ ਬਣੀ ਹੋਈ ਹੈ। 44 ਫੁੱਟ ਸੜਕ ਦੀ ਜਗ੍ਹਾ ਉੱਥੇ ਮੀਟਰ ਉਹਨਾਂ ਨੇ ਲਾ ਲਿਆ ਹੋਇਆ, ਅੰਦਰ ਮੀਟਰ ਵੀ ਲਗਾਇਆ ਹੋਇਆ, ਜਿਹਦਾ ਕਨੈਕਸ਼ਨ ਮੈਨੂੰ ਲੱਗਦਾ 500 ਮੀਟਰ ਦੂਰ ਤੋਂ ਕਰਕੇ ਲਿਜਾ ਕੇ ਅੰਡਰਗਰਾਉਂਡ ਤਾਰ ਲੈ ਕੇ ਗਏ ਹੋਏ ਨੇ। ਉਹ ਸਰਕਾਰੀ ਜਗ੍ਹਾ ਤੇ ਕਬਜ਼ਾ ਹੋ ਰਿਹਾ। ਇਸ ਤਰ੍ਹਾਂ ਹੋਰ ਇੱਕ ਨੂੰ ਦੇਖ ਕੇ ਹੋਰ ਵੀ ਕਬਜ਼ੇ ਹੋਣਗੇ। ਅਸੀਂ ਉਹਦਾ ਵਿਰੋਧ ਕਰਦੇ ਸਾਰੇ ਮਹੱਲਾ ਨਿਵਾਸੀ। ਐਮਐਲਏ ਸਾਹਿਬ ਆਏ ਸੀਗੇ, ਦਿਖਾਇਆ ਮੌਕਾ। ਐਮਐਲਏ ਸਾਹਿਬ ਨੂੰ ਦਿਖਾਇਆ, ਉਹ ਕਹਿੰਦੇ ਪਟਵਾਰੀ ਦੀ ਡਿਊਟੀ ਲਗਾਤੀ, ਨਿਸ਼ਾਨਦੇਹੀ ਕਰਕੇ ਉਹ ਝੁੱਗੀ ਨੂੰ ਚੁਕਵਾਵਾਂਗੇ। ਅੱਛਾ, ਕੁਝ ਸੁਣਨ ਦੇ ਵਿੱਚ ਗੱਲਾਂ ਆ ਰਹੀਆਂ ਕਿ ਉੱਥੇ ਇਨਲੀਗਲ ਕੰਮ ਹੁੰਦੇ ਆ, ਕੀ ਉਹਨਾਂ ਦੇ ਸਾਥ? ਉਹ ਉੱਥੇ ਲੋਕੀ ਖੜਦੇ ਨੇ, ਨਸ਼ਾ ਪੱਤੇ ਵੀ ਕਰਨ ਵਾਲੇ ਖੜਦੇ ਨੇ, ਸ਼ਾਮ ਨੂੰ ਉਸ ਝੁੱਗੀ ਦੀ ਆੜ ਵਿੱਚ ਲੋਕ ਰੁਕ ਜਾਂਦੇ ਨੇ, ਸਨੈਚਿੰਗ ਹੁੰਦੀਆਂ ਨੇ। ਇਸ ਤਰ੍ਹਾਂ ਕਿਸੇ ਨੂੰ ਬੋਲ ਨਹੀਂ ਸਕਦੇ। ਝੁੱਗੀ ਦੀ ਆੜ ਜਾ ਕੇ ਕਹਿੰਦੇ ਚਾਹ ਪੀਣ ਲਈ ਮੈਂ ਰੁਕਿਆ। ਜੇ ਕਿਸੇ ਨੂੰ ਪੁੱਛਦਾ ਜੇ ਝੁੱਗੀ ਨਹੀਂ ਹੋਏਗੀ ਤਾਂ ਕੋਈ ਇਦਾਂ ਦਾ ਬਹਾਨਾ ਨਹੀਂ ਲਗਾਏਗਾ। ਲੇਕਿਨ ਇਹ ਸੱਚਾਈ ਹੈ, ਉੱਥੋਂ ਲੋਕੀ ਭੱਜਦੇ ਨੇ, ਕਿਸੇ ਦੀ ਕੋਈ ਫੋਨ ਖੋਹ ਲੈਂਦੇ ਨੇ, ਕਿਸੇ ਦੀਆਂ ਵਾਲੀਆਂ ਲਾ ਲੈਂਦੇ ਨੇ, ਕਿਸੇ ਦੀ ਚੇਨੀ ਲਾਉਂਦੇ। ਇਸ ਤਰ੍ਹਾਂ ਦੀਆਂ ਵੀ ਹਰਕਤਾਂ ਉੱਥੇ ਹੁੰਦੀਆਂ ਨੇ। ਭੱਜ ਜਾਂਦੇ ਨੇ ਝੁੱਗੀ ਦੇ ਕੋਲ ਜਾਂਦੇ, ਫਿਰ ਨਹੀਂ ਪਤਾ ਲੱਗਦਾ ਬੰਦਾ ਕਿੱਧਰ ਗਿਆ। ਬਿਲਕੁਲ ਜੋ ਸਾਡੇ ਭਰਾ ਨੇ ਕਿਹਾ ਬਿਲਕੁਲ ਠੀਕ ਕਿਹਾ ਜੀ। ਅਸੀਂ ਤਾਂ ਕਹਿੰਦੇ ਇੱਕ ਤੇ ਸਾਨੂੰ ਮੰਦਰ ਵਾਸਤੇ ਇਸ ਚੀਜ਼ਾਂ ਦੇ ਐਲੀਗੇਸ਼ਨ ਆ ਕਿ ਪ੍ਰੂਫ ਵੀ ਹੈਗੇ ਤੁਹਾਡੇ ਕੋਲ ਕੋਈ ਪੁਖਤਾ? ਕੀ ਚੀਜ਼ ਦਾ ਜੀ? ਜਿਹੜੇ ਕਹਿ ਰਹੇ ਕਿ ਇੱਥੇ ਸਨੈਚਿੰਗ ਹੁੰਦੀਆਂ ਨੇ ਜਾਂ ਚਿੱਟਾ ਵਿਕਦਾ। ਸਨੈਚਿੰਗ ਤਾਂ ਚਲੋ ਆਮ ਦਾ ਵਾਰਦਾਤਾਂ ਨੇ। ਰਾਤ ਨੂੰ ਪ੍ਰੂਫ ਕਿੱਥੋਂ ਕੱਢੀਏ ਜੀ? ਇਹ 8 ਵਜੇ ਤੋਂ ਬਾਅਦ ਹੁੰਦਾ, 8 ਤੋਂ 9 ਤੋਂ ਬਾਅਦ। ਸ਼ੀਸ਼ੇ ਦਾ ਅੱਗੇ ਗੱਡੀ ਜੋ ਕਿਸੇ ਨੂੰ ਬੋਲਦੇ ਨੇ ਗੱਡੀ ਵਿੱਚ ਲੈ ਕੇ ਮਾਰਦੇ ਨੇ, ਸਾਡੀ ਲੱਤ ਬੰਨ ਤੋੜ ਜਾਂਗੇ, ਸਾਡਾ ਕੋਈ ਕੌਣ ਹੋ ਜਾਏਗਾ? ਉਹ ਲੋਕੀ ਗੱਡੀ ਦੇ ਵਿੱਚ ਬੈਠਦੇ ਨੇ, ਨਹੀਂ ਸਾਨੂੰ ਪਤਾ ਪੱਤੇ ਤੇ ਕੀ ਲਾਉਂਦੇ ਨੇ, ਸਿੱਟੇ ਮਾਰਦੇ ਨੇ ਥੱਲੇ ਅੱਗ ਵਾਲ ਕੇ, ਕੀ ਨਸ਼ਾ ਹੁੰਦਾ ਸਾਨੂੰ ਨਹੀਂ ਪਤਾ। ਅੱਜ ਹੀ ਮੁੱਦਾ ਚੱਕਿਆ। ਇਸ ਤੋਂ ਪਹਿਲਾਂ ਜੇ ਤੁਸੀਂ ਲਿਆ ਦਿੰਦੇ ਤਾਂ ਹੁਣ ਨੂੰ ਤਾਂ ਇਹ ਕੰਮ ਪਹਿਲਾਂ ਵੀ ਕਰਦੇ ਜੀ। ਫਿਰ ਨਹੀਂ, ਜੇ ਤੁਸੀਂ ਵਿਧਾਇਕ ਸਾਹਿਬ ਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਹੋ ਸਕਦਾ ਇਹਦਾ ਹੱਲ ਪਹਿਲਾਂ ਹੀ ਹੋ ਜਾਂਦਾ। ਅਸੀਂ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੂੰ ਦੱਸਿਆ, ਉਹਨਾਂ ਨੇ ਪਟਵਾਰੀ ਦੀ ਡਿਊਟੀ ਲਾਤੀ ਹੋਈ, ਨਿਸ਼ਾਨਦੇਹੀ ਕਰਨਗੇ। ਨਿਸ਼ਾਨਦੇਹੀ ਜਿਵੇਂ ਵੀ ਹੁੰਦਾ, ਅਗਰ ਦੇਖੋ ਮਾਲਕ ਦੀ ਜਗ੍ਹਾ ਜੋ ਤਾਂ ਐਮਐਲਏ ਸਾਹਿਬ ਵੀ ਕੁਝ ਨਹੀਂ ਕਰ ਰਹੇ। ਉਹ 44 ਫੁੱਟ ਦਾ ਸਿੱਧੀ ਰੋਡ ਦੇ ਵਿੱਚ, ਅੱਧੇ ਤੋਂ ਜ਼ਿਆਦਾ ਉਹ ਰੋਡ ਦੇ ਵਿੱਚ ਹੈ, ਬਾਕੀ ਮਾਲਕੀ ਹੈ ਨਹੀਂ ਉੱਥੇ, ਜਗ੍ਹਾ ਸਰਕਾਰੀ ਹੈ। ਉਹਦੀ ਨਿਸ਼ਾਨਦੇਹੀ ਕਰਾ ਕੇ ਉਹ ਚੁਕਾਉਣ ਦਾ ਸਾਨੂੰ ਉਹਨੂੰ ਬਿਠਾਇਆ ਕਿਨੇ? ਬਿਠਾਇਆ। ਪਹਿਲੇ ਪੈਂਚਰ ਲਾਉਂਦਾ ਸੀ, ਹੌਲੀ ਦੁਕਾਨ ਕਰ ਲਈ, ਹੁਣ ਅੱਗੇ ਹੋਰ ਵਧਾਈ ਜਾ ਰਿਹਾ। ਰੋਟੀ ਚਲਾਉਂਦਾ ਸੀਗਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਸੀਗੀ, ਦਿੱਕਤ ਆ ਗਈ ਜਦੋਂ ਨਸ਼ਾ ਵਿਕਣ ਲੱਗ ਪਿਆ? ਬਿਲਕੁਲ ਸਾਨੂੰ ਛੋਟਾ ਕੰਮ ਸੀ, ਕੋਈ ਦਿੱਕਤ ਨਹੀਂ ਸੀ। ਹੁਣ ਜਦੋਂ ਸਾਰੇ 4 ਪਰਿਵਾਰ ਉੱਥੇ ਹੋਣ ਲੱਗੇ, ਉਹਦੇ ਨਾਲ ਹੋਰ ਕਬਜ਼ਾ ਹੋਣਾ ਸ਼ੁਰੂ ਹੋ ਗਿਆ। ਕੱਲ ਨੂੰ ਕੋਈ ਹੋਰ ਕਰੇਗਾ, ਫਿਰ ਇੱਥੇ ਲੜਾਈ ਝਗੜੇ ਵਧਣਗੇ। ਉਹਨਾਂ ਨਸ਼ੇ ਪੱਤੇ ਦੀ ਗੱਲਾਂ ਕਰਦੇ ਮੁੰਡੇ ਇਸੇ ਕਲੋਨੀ ਦੇ ਕਰਦੇ ਆ ਕਿ ਬਾਹਰੋਂ ਅੰਦਰੋਂ ਆ ਗਏ? ਬਾਹਰੋਂ ਆਉਂਦੇ ਆਪਣੀ ਕਲੋਨੀ ਦਾ। ਅਸੀਂ ਤਾਂ ਡਰਦੇ ਵੀ ਉਹਨਾਂ ਨੂੰ ਦੇਖ ਕੇ ਸਾਡੇ ਬੱਚੇ ਨੇ ਲੱਗ ਜਾਣੀ, ਇਸੇ ਕਰਕੇ ਵਿਰੋਧ ਕਰਦੇ ਆ। ਜਿਹੜੀ ਤੁਸੀਂ ਕੱਲ ਹੁਣ ਤੁਸੀਂ ਪਹਿਲਾਂ ਪੁੱਛਿਆ ਵੀ ਰੋਡ ਦੇ ਬਾਰੇ, ਵੀ ਅਫਸਰਾਂ ਦੀ ਇਹਦੀ ਕੋਈ ਗਾਰੰਟੀ ਮੰਗੀ ਆ। ਸਰਕਾਰ ਕਹਿੰਦੀ ਜਾਂ ਜਿਹਨਾਂ ਨੇ ਰੋਡ ਬਣਾਈ ਹੈ ਉਹ ਵੀ ਕਹਿੰਦੇ ਜੀ ਗਾਰੰਟੀ ਤਾਂ ਸਾਡੀ ਨਹੀਂ ਹੈਗੀ। ਉਹਨਾਂ ਸਿੱਧੀ ਸਟੇਟਮੈਂਟ ਇਹ ਕਹਿੰਦੇ ਗਾਰੰਟੀ ਸਾਡੀ ਕੋਈ ਨਹੀਂ ਹੈਗੀ, ਤੁਸੀਂ ਗਾਰੰਟੀ ਮੰਗਦੇ ਹੋ ਰੋਡ ਦੀ। ਜਲਦਬਾਜੀ ਫਿਰ ਕਾਹਦੀ ਸੜਕ ਬਣਾਉਂਦੀ ਐਡੀ, ਕਿਉਂ ਜਲਦਬਾਜੀ ਪੈ ਗਈ? ਕਿਉਂਕਿ ਜੇ ਅਗਲਾ ਕੌਂਸਲਰ ਦਾ ਕੋਟਾ ਹੁੰਦਾ, ਹੁਣ ਇਹ ਤਾਂ ਐਮਐਲਏ ਦੇ ਕੋਟੇ ਜੋ ਬਣਦੀ ਕਿ ਪੁਰਾਣੀ ਸਰਕਾਰ ਨੇ ਪਾਸ ਕੀਤੀ, ਅਗਰ ਕੌਂਸਲਰ ਹੁੰਦਾ ਜਾਂ ਬਣਾਈ ਹੁੰਦੀ ਫਿਰ ਗਾਜ ਉਹਦੇ ਤੇ ਡਿੱਗਣੀ। ਪਾਸ ਹੋਈ ਹੈ ਜੀ ਇਹ ਪਹਿਲਾਂ ਤੋਂ, ਇਹ ਰੁਕੀ ਹੋਈ ਸੀਗੀ, ਇਹਨਾਂ ਨੇ ਬਣਾਈ ਨਹੀਂ। ਇਹ ਠੇਕੇਦਾਰ ਨੇ ਪਿਛਲੇ ਸਾਲ ਤੋਂ ਸਾਨੂੰ ਐਵੇਂ ਹੀ ਇਹਨਾਂ ਨੇ ਰੱਖਿਆ। ਬੱਚੇ ਪਤਾ ਨਹੀਂ ਕਿੰਨੇ ਕਿੱਥੇ ਡਿੱਗੇ ਨੇ ਰੋਡ ਦੇ ਉੱਪਰ, ਕੋਈ ਗਿਣਤੀ ਨਹੀਂ। ਕਿਸੇ ਦੀਆਂ ਕੁਣੀਆਂ ਛਿੱਲੀਆਂ ਗਈਆਂ, ਕਿਸੇ ਦਾ ਸਿਰ ਫਟਿਆ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਐਤਕੀ ਐਮਐਲਏ ਸਾਹਿਬ ਨੂੰ ਕਿਹਾ ਤਾਂ ਜਾ ਕੇ ਉਹਨਾਂ ਨੇ ਪ੍ਰੈਸ਼ਰ ਕਰਵਾ ਕੇ ਇਹ ਰੋਡ ਤਿਆਰ ਕਰਵਾਉਣ ਨੂੰ ਕਿਹਾ। ਕਹੇ ਤੇ ਉਹਨਾਂ ਨੇ ਕਹਿਤਾ ਕਿ ਜਿੱਥੇ ਦਿੱਕਤ ਆ ਉਹ ਪੱਟ ਲਓ, ਦੁਬਾਰੇ ਬਣਾ ਲਓ। ਤੁਹਾਨੂੰ ਲੱਗਦਾ ਤੁਹਾਡੀ ਗੱਲ ਦੇ ਉੱਤੇ ਕੋਈ ਫੁੱਲ ਚੜਨਗੇ ਜਾਂ ਕੰਮ ਹੋਏਗਾ? ਐਸੀ ਸਾਹਿਬ ਵੀ ਇੱਥੇ ਖੜੇ ਨੇ, ਉਹ ਕਹਿੰਦੇ ਨੇ ਮੈਨੂੰ ਦੱਸੋ। ਜਦੋਂ ਕਹਿ ਦਿੰਦੇ ਆ ਉਹ ਚਲੇ ਜਾਂਦੇ ਨੇ। ਇਹ ਆਪਣੀ ਕਾਰਵਾਈ ਕਰੀ ਜਾਂਦੇ ਨੇ, ਆਪਣੀ ਮਨਮਰਜ਼ੀ ਕਰੀ ਜਾਂਦੇ ਨੇ। ਗੱਲਬਾਤ ਕਰਾਈਏ ਥੋੜੀ ਇਲਾਕਾ ਨਿਵਾਸੀਆਂ ਦੇ ਨਾਲ। ਗਰੇਵਾਲ ਸਾਹਿਬ ਉਦਘਾਟਨ ਕਰਕੇ ਗਏ ਸੀਗੇ, ਪਰ ਕਿਤੇ ਨਾ ਕਿਤੇ ਇਸ ਕਾਰਨਰ ਦੇ ਉੱਤੇ ਜਿੱਥੋਂ ਸੜਕ ਸ਼ੁਰੂ ਹੁੰਦੀ ਹੈ ਜੀਆਰਡੀ ਨਗਰ ਦੀ, ਕਿਤੇ ਨਾ ਕਿਤੇ ਇੱਕ ਪ੍ਰਵਾਸੀ ਬੰਦਾ ਉੱਥੇ ਝੁੱਗੀ ਪਾ ਕੇ ਬੈਠਾ, ਜਿਹੜਾ ਕਿ ਆਪਣੇ ਕਾਰੋਬਾਰ ਕਰਦਾ ਸੀਗਾ। ਪਰ ਉਹਦੇ ਨਾਲ ਕਾਰੋਬਾਰ ਨਾਲ ਇਹਨਾਂ ਨੂੰ ਕੋਈ ਦਿੱਕਤ ਨਹੀਂ ਸੀਗੀ, ਪਰ ਜਿਹੜਾ ਕਿ ਮੇਨ ਮੁੱਦਾ ਚੱਕਿਆ ਝੁੱਗੀ ਚਕਾਉਣ ਦਾ, ਕਿਉਂਕਿ ਉਸ ਕਾਰੋਬਾਰ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਇੱਥੇ ਨਸ਼ਾ ਵਿਕਦਾ। ਰਾਤ ਨੂੰ ਨਸ਼ਾ ਤਸਕਰ ਮੁੰਡੇ ਆਉਂਦੇ ਆ, ਸਨੈਚਿੰਗ ਦੀਆਂ ਵਾਰਦਾਤਾਂ ਨੂੰ ਜਿਹੜੀ ਅੰਜਾਮ ਦੇਣ ਦੀ ਪਲੈਨਿੰਗ ਦੀ ਗੱਲ ਕਰਦੇ ਆ, ਇੱਥੇ ਖੜ ਕੇ ਕੰਮ ਹੁੰਦੇ ਆ। ਦੇਖਦੇ ਆ ਉਹਦਾ ਵੀ ਹੁਣ ਕੀ ਗਰੇਵਾਲ ਸਾਹਿਬ ਹੱਲ ਕਰਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾ ਪਰਸਨ ਚੰਦਨ ਨਾਲ ਅਰੁੰਦਰ ਜੋਤੀ, ਧੰਨਵਾਦ।